ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਤਾਜ਼ਾ ਹਾਲਾਤ। ਸਭ ਤੋਂ ਪਹਿਲਾਂ ਰੁਖ ਸਿੱਧਾ ਕਿਸਾਨੀ ਅੰਦੋਲਨ ਦੇ ਵੱਲ ਕਰਦੇ ਹਾਂ। ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਅੱਜ ਦਾ ਦਿਨ ਕਿਸਾਨੀ ਅੰਦੋਲਨ ਦੇ ਲਈ ਇਤਿਹਾਸਿਕ ਹੋ ਸਕਦਾ ਹੈ, ਕਿਉਂਕਿ ਕੁਝ ਹੀ ਘੰਟਿਆਂ ਦੇ ਬਾਅਦ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਬੈਠਕ ਹੈ, ਜਿਸ ਬੈਠਕ ਦੇ ਵਿੱਚੋਂ ਅੱਜ ਨਤੀਜਿਆਂ ਦੀ ਉਮੀਦ ਹੈ। ਹਾਲਾਂਕਿ ਅੱਜ ਦੀ ਮੀਟਿੰਗ ਲੰਬੀ ਚੱਲ ਸਕਦੀ ਹੈ ਤੇ ਤਕਰੀਬਨ ਰਾਤ ਦੇ 8-9 ਤੋਂ ਲੈ ਕੇ 12 ਤੱਕ ਵੱਜ ਸਕਦੇ ਨੇ, ਕਿਉਂਕਿ ਅੱਜ ਦੀ ਮੀਟਿੰਗ ਬਹੁਤ ਅਹਿਮ ਹੋਣ ਵਾਲੀ ਹੈ। ਅੱਜ ਦੀ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਕਿਸੇ ਵੱਡੇ ਐਲਾਨ ਦੇ ਨਾਲ ਵਿਗਿਆਨ ਭਵਨ ਦੇ ਵਿੱਚੋਂ ਬਾਹਰ ਆ ਸਕਦੀਆਂ ਨੇ ਤੇ ਵੱਡੇ ਐਲਾਨ ਸਰਕਾਰ ਦੇ ਵੱਲੋਂ ਵੀ ਕੀਤੇ ਜਾ ਸਕਦੇ ਨੇ। ਸੋ ਲਗਾਤਾਰ ਅੱਜ ਦੇ ਦਿਨ ਨੂੰ ਲੈ ਕੇ ਚਰਚਾਵਾਂ ਤੇਜ਼ ਨੇ ਤੇ ਇਸ ਦੇ ਉੱਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦੀ ਰਾਏ ਜਾਣਦੇ ਹਾਂ ਤੇ ਸਿੱਧਾ ਉਹਨਾਂ ਕੋਲ ਚੱਲਦੇ ਹਾਂ ਤੇ ਜਾਣਦੇ ਹਾਂ ਕਿ ਆਖਿਰਕਾਰ ਅੱਜ ਦੇ ਦਿਨ ਨੂੰ ਕਿਸ ਤਰ੍ਹਾਂ ਵੇਖ ਰਹੇ ਨੇ ਜੋ ਮੀਟਿੰਗ ਹੋਣੀ ਹੈ ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ। ਡੱਲਾ ਜੀ, ਸਵਾਗਤ ਹੈ। ਕਿਸ ਤਰ੍ਹਾਂ ਵੇਖ ਰਹੇ ਹੋ ਅੱਜ ਦੇ ਕਿਸਾਨੀ ਅੰਦੋਲਨ ਦੇ ਦੌਰਾਨ ਜੋ ਮੀਟਿੰਗ ਹੈ 4 ਜਨਵਰੀ ਦੀ, ਅੱਜ ਦੀ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਤੀਜੇ ਨਿਕਲ ਸਕਦੇ ਨੇ ਤੇ ਸਰਕਾਰ ਦੀਆਂ ਕਾਰਵਾਈਆਂ ਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਅੱਜ ਦਾ ਦਿਨ ਬਹੁਤ ਅਹਿਮ ਹੈ ਗਗਨ, ਔਰ ਆਸ ਇਹ ਕਰਦੇ ਹਾਂ ਕਿ ਅੱਜ ਦੇ ਦਿਨ ਦੇ ਵਿੱਚ ਸਰਕਾਰ ਕਿਸਾਨਾਂ ਦੇ ਨਾਲ ਫੈਸਲਾ ਕੁਨ ਮੀਟਿੰਗ ਕਰੇਗੀ। ਆਸ ਇਹ ਹੈ ਵੀ ਅੱਜ ਦੀ ਮੀਟਿੰਗ ਫੈਸਲਾ ਕੁਨ ਹੋਣੀ ਚਾਹੀਦੀ ਹੈ, ਭਾਵ ਕਿਸਾਨਾਂ ਤੇ ਸਰਕਾਰ 'ਚ ਸਹਿਮਤੀ ਬਣਨੀ ਚਾਹੀਦੀ ਹੈ। ਕਾਨੂੰਨ ਰੱਦ ਹੋ ਜਾਣ ਤੇ ਉਹਦੇ ਵਰਗੀ ਗੱਲ ਹੀ ਕੋਈ ਨਹੀਂ। ਕਿਸਾਨਾਂ ਦੀ ਵੀ ਮੰਗ ਪੂਰੀ ਹੁੰਦੀ ਹੈ, ਸਰਕਾਰ ਨੂੰ ਆਪਣੀ ਈਗੋ ਛੱਡਣੀ ਪੈਣੀ ਹੈ, ਔਰ MSP ਦੇ ਉੱਤੇ ਕਾਨੂੰਨ ਅਗਰ ਬਣ ਜੇ ਤੇ ਉਹਦੇ ਨਾਲ ਸਿਰਫ ਕਿਸਾਨਾਂ ਦਾ ਫਾਇਦਾ ਨਹੀਂ, ਕਿਤੇ ਨਾ ਕਿਤੇ ਸਰਕਾਰ ਦਾ ਵੀ ਫਾਇਦਾ ਹੋਊਗਾ। ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। MSP ਦਾ ਕਾਨੂੰਨ ਅਗਰ ਬਣ ਗਿਆ ਤੇ ਕਿਸਾਨਾਂ ਨੂੰ ਬਹੁਤ ਵੱਡੀ ਸੁਰੱਖਿਆ ਮਿਲੂਗੀ ਔਰ ਮੁਲਕ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ। ਔਰ ਸਾਡੇ ਮੁਲਕ ਦੀ ਜਿੱਥੇ ਐਗਰੀਕਲਚਰ ਇਕੋਨਮੀ 60 ਤੋਂ 70% ਹੈ, ਸਾਡੇ ਦੇਸ਼ ਦੀ ਐਗਰੀਕਲਚਰ ਇਕੋਨਮੀ ਬਹੁਤ ਵੱਡੀ ਹੈ। 70-80% ਲੋਕ ਸਾਡੇ ਐਗਰੀਕਲਚਰ 'ਚ ਨੇ। ਖੇਤੀਬਾੜੀ ਨਾਲ ਜੁੜੇ ਲੋਕ ਅਗਰ ਮਜ਼ਬੂਤ ਹੁੰਦੇ ਨੇ, ਉਹਦੇ ਨਾਲ ਪੂਰੇ ਮੁਲਕ ਨੂੰ ਤਰੱਕੀ ਵਾਲੇ ਪਾਸੇ ਲਿਜਾਉਣਾ ਬੜਾ ਆਸਾਨ ਰਹੂਗਾ। ਸੋ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਦਿਮਾਗੀ ਤੌਰ ਤੇ ਅੱਜ ਤਿਆਰ ਹੋ ਕੇ ਆਉਣੀ ਚਾਹੀਦੀ ਹੈ ਮੀਟਿੰਗ 'ਚ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਨੇ ਨੇ ਔਰ ਅਸੀਂ MSP ਦੇ ਕਾਨੂੰਨ ਬਣਾਉਣੇ ਨੇ। ਪਤਾ ਮੈਨੂੰ ਇਹ ਲੱਗਿਆ ਕਿ ਪਿਛਲੇ 4-5 ਦਿਨਾਂ ਤੋਂ ਗਗਨ ਜੀ ਮੀਟਿੰਗਾਂ ਬਹੁਤ ਹੋ ਰਹੀਆਂ ਸੀ। ਐਗਰੀਕਲਚਰ ਮਿਨਿਸਟਰੀ, ਪਲੈਨਿੰਗ ਡਿਪਾਰਟਮੈਂਟ, ਪ੍ਰਾਈਸ ਤੈਅ ਕਰਨ ਵਾਲੇ MSP ਤੈਅ ਕਰਨ ਵਾਲੇ ਲੋਕ, ਫਾਈਨਾਂਸ ਮਿਨਿਸਟਰੀ ਦੇ ਲੋਕ, ਰੇਲਵੇ ਮਿਨਿਸਟਰੀ ਦੇ ਲੋਕ, ਫੂਡ ਪ੍ਰੋਸੈਸਿੰਗ ਮਿਨਿਸਟਰੀ ਦੇ ਲੋਕ, ਐਗਰੀਕਲਚਰ ਨਾਲ ਜੁੜੇ ਜਿੰਨੇ ਮਹਿਕਮੇ ਨੇ, ਪਲੈਨਿੰਗ ਨਾਲ, ਫਾਈਨਾਂਸ ਨਾਲ ਜੁੜੇ ਜਿੰਨੇ ਮਹਿਕਮੇ ਨੇ, ਡਿਸਟ੍ਰੀਬਿਊਸ਼ਨ ਸਿਸਟਮ ਨਾਲ ਜੁੜੇ ਮਹਿਕਮੇ ਨੇ, ਪ੍ਰੋਕਿਉਰਮੈਂਟ ਦੇ ਨਾਲ, ਕਿਉਂਕਿ ਫਸਲਾਂ ਜਦੋਂ ਉਤਪਾਦਨ ਹੁੰਦਾ ਉਹਨਾਂ ਨੂੰ ਸਾਂਭ ਕੇ ਰੱਖਿਆ ਜਾਂਦਾ, ਪ੍ਰੋਕਿਉਰਮੈਂਟ ਦਾ ਡਿਪਾਰਟਮੈਂਟ ਹੈ। ਇਹ ਸਾਰੇ ਮਹਿਕਮੇ ਨੇ ਜਿਹੜੇ ਡਾਇਰੈਕਟ ਡਿਪਾਰਟਮੈਂਟਸ ਜਾਂ ਉਹਨਾਂ ਦੇ ਅਲਾਈਡਸ, ਉਹਨਾਂ ਦੇ ਜਿਹੜੇ ਸਹਾਇਕ ਮਹਿਕਮੇ ਨੇ, ਉਹਨਾਂ ਨਾਲ ਜੁੜੇ ਹੋਏ ਮਹਿਕਮੇ ਨੇ। ਸਾਰਿਆਂ ਦੇ ਅਧਿਕਾਰੀ ਹੀ 5-6 ਦਿਨਾਂ ਤੋਂ ਲਗਾਤਾਰ ਇਹਨਾਂ ਦੇ ਕੋਸ਼ਿਸ਼ਾਂ ਦੇ ਵਿੱਚ ਸੀ ਕਿ ਅਸੀਂ ਅਜਿਹੀ ਵਿਉਂਤਬੰਦੀ ਬਣਾਈਏ ਜਿਹਦੇ ਨਾਲ ਅਸੀਂ MSP ਨੂੰ ਕਿਸਾਨਾਂ ਅੱਗੇ ਪੇਸ਼ ਕਰ ਸਕੀਏ ਕਿ ਅਸੀਂ MSP ਦੇ ਨਾਲ ਅਜਿਹੀਆਂ ਮਦਾਂ ਲਾ ਰਹੇ ਹਾਂ ਜਿਹਦੇ ਨਾਲ ਘੱਟੋ ਘੱਟ ਕਿਸਾਨ ਨੂੰ ਇਹ ਲੱਗੂਗਾ ਕਿ MSP ਹੁਣ ਉਹਦੇ ਲਈ ਜ਼ਿਆਦਾ ਚੰਗੀ ਤਰ੍ਹਾਂ ਪਹਿਲਾਂ ਨਾਲੋਂ ਕੰਮ ਕਰੂਗੀ। ਭਾਵ ਅਣਐਲਾਨੇ ਤੌਰ ਦੇ ਉੱਤੇ MSP ਨੂੰ ਕਿਤੇ ਨਾ ਕਿਤੇ ਨਿਯਮਾਂ ਦੇ ਵਿੱਚ ਲਿਆ ਕੇ ਕਾਨੂੰਨੀ ਜਾਮੇ ਵਰਗੀ ਗੱਲ ਕਰਕੇ ਕਿਸਾਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਉਹਨਾਂ ਨੇ ਕਰਨੀ ਹੈ ਕਿ ਦੇਖੋ ਅਸੀਂ MSP ਨੂੰ ਮਜ਼ਬੂਤ ਬਣਾਤਾ ਔਰ ਨਾਲ ਲਿਖਤ ਗਰੰਟੀ ਦੀ ਯੋਜਨਾ ਦੇ ਦੇਣਗੇ ਕਿ ਅਸੀਂ ਲਿਖ ਕੇ ਤੁਹਾਨੂੰ ਗਰੰਟੀ ਦਿੰਦੇ ਹਾਂ MSP ਦੀ। ਪਰ ਕਿਸਾਨ ਕਹਿੰਦੇ ਕਾਨੂੰਨ ਬਣਾਓ, ਉਹਦੇ ਪਿੱਛੇ ਤਰਕ ਹੈ। ਅਗਰ MSP ਤੇ ਕਾਨੂੰਨ ਬਣਦਾ ਹੈ, ਇਹਦਾ ਮਤਲਬ ਹੈ ਫਿਰ ਕਾਨੂੰਨ ਬਣਨ ਤੋਂ ਬਾਅਦ ਫਸਲ ਨੂੰ MSP ਤੋਂ ਹੇਠਾਂ ਖਰੀਦਣਾ ਕਾਨੂੰਨੀ ਤੌਰ ਤੇ ਜੁਰਮ ਹੋ ਜਾਏਗਾ। ਉਹਦੇ ਲਈ ਸਜ਼ਾ ਦਾ ਪ੍ਰਾਵਧਾਨ ਹੈ ਜਿਹੜਾ ਕਰਨਾ ਪਏਗਾ। ਜਿਵੇਂ ਪੰਜਾਬ ਦੇ ਵਿੱਚ ਵੀ ਕਈ ਮਾਮਲਿਆਂ 'ਚ ਸਜ਼ਾ, ਕੈਪਟਨ ਅਮਰਿੰਦਰ ਦਾ ਜਿਹੜਾ ਮਤਾ ਲਿਆਂਦਾ ਗਿਆ ਸੀ ਉਹਦੇ ਵਿੱਚ ਪ੍ਰਸਤਾਵ ਰੱਖਿਆ ਗਿਆ, ਵਿਧਾਨ ਸਭਾ ਦੇ ਮਤਿਆਂ ਦੇ ਵਿੱਚ ਜਿਹੜੇ ਪੰਜਾਬ ਦੇ ਕਾਨੂੰਨ ਪਾਸ ਹੋਏ ਨੇ ਉਹਦੇ 'ਚ ਸਜ਼ਾ ਦਾ ਪ੍ਰੋਵੀਜ਼ਨ ਆਈ ਹੈ। ਕੇਂਦਰ ਨੂੰ ਵੀ ਅਗਰ ਕਾਨੂੰਨ ਬਣਦਾ MSP ਦਾ ਤਾਂ ਕੋਈ ਅਜਿਹੀ ਪ੍ਰੋਵੀਜ਼ਨ ਦੇਣੀ ਪੈਣੀ ਹੈ ਜਿਹਦੇ ਤੋਂ ਹਜੇ ਬਚਣਾ ਚਾਹੁੰਦੀ ਹੈ ਕੇਂਦਰ ਦੀ ਸਰਕਾਰ। ਪਰ ਸਰਕਾਰ ਇਹ ਕਰ ਸਕਦੀ ਹੈ, MSP ਨੂੰ ਕਾਨੂੰਨ ਬਣਾ ਕੇ ਜਿਹੜੀ ਫਸਲ ਹੈ ਉਹਨਾਂ ਦੀ ਗ੍ਰੇਡਿੰਗ ਕੀਤੀ ਜਾ ਸਕਦੀ ਹੈ। ਜਿਹੜੀ ਬਿਲਕੁਲ ਚੰਗੀ ਕੁਆਲਿਟੀ ਦੀ ਫਸਲ ਹੈ ਉਹ ਸ਼ੁੱਧ MSP ਤੇ ਜਾਵੇ, ਜਿਹੜੀ ਥੋੜ੍ਹੀ ਜਿਹੀ ਕੁਆਲਿਟੀ ਜਿਹਦੀ ਘੱਟ ਹੈ ਉਹਨੂੰ ਗ੍ਰੇਡਿੰਗ ਕਰ ਸਕਦੀ ਹੈ, A ਗ੍ਰੇਡ, B ਗ੍ਰੇਡ, C ਗ੍ਰੇਡ, ਤਾਂ ਕਿ ਸਾਰੀ ਫਸਲ MSP ਤੇ ਚੱਕੀ ਜਾ ਸਕੇ। ਸੋ ਕਿਸਾਨਾਂ ਦੀ ਮੰਗ ਦੇਖੋ MSP ਤੇ ਫਸਲ ਚੱਕਣ ਦੀ ਜਾਇਜ਼ ਹੈ ਔਰ ਮੁਲਕ 'ਚ ਸਰਕਾਰ ਨੂੰ MSP ਤੇ ਫਸਲਾਂ ਚੱਕਣੀਆਂ ਚਾਹੀਦੀਆਂ ਨੇ। 23 ਫਸਲਾਂ ਨੇ ਜਿਨ੍ਹਾਂ ਦੀ MSP ਲੱਗਦੀ ਹੈ। ਸਰਕਾਰ 23 ਫਸਲਾਂ ਤੇ MSP ਦੀ ਲਿਫਟਿੰਗ ਅਗਰ ਇਨਸ਼ੋਰ ਕਰ ਦਿੰਦੀ ਹੈ ਤੇ ਸਰਕਾਰ ਸਾਰਾ ਕੁਝ ਚੱਕ ਕੇ ਭਾਵੇਂ ਪ੍ਰਾਈਵੇਟ ਸੈਕਟਰ ਨੂੰ ਦੇ ਦੇ,
ਬਹੁਤ ਵੱਡੀ ਸਾਡੇ ਮੁਲਕ ਦੀ ਇਕਨੋਮੀ ਦੇ ਵਿੱਚ ਤਬਦੀਲੀ ਆਊਗੀ। ਜਿਹੜਾ ਅਸੀਂ ਅਨਾਜ ਬਾਹਰੋਂ ਮੰਗਾਉਂਦੇ ਹਾਂ, ਹੁਣ ਵੀ ਬੜਾ ਕੁਝ ਅਸੀਂ ਬਾਹਰੋਂ ਮੰਗਾਉਂਦੇ ਹਾਂ, ਉਹ ਮੰਗਾਉਣ ਦੀ ਲੋੜ ਨਹੀਂ ਪੈਣੀ, ਕਿਉਂਕਿ ਸਾਡੀ ਪਲੈਨਿੰਗ ਐਗਰੀਕਲਚਰ ਦੀ ਬਹੁਤ ਚੰਗੀ ਹੋ ਜਾਊਗੀ। ਔਰ ਇਹਦੇ ਨਾਲ ਜਿਹੜੇ ਥਿੰਨ ਖੇਤੀ ਕਾਨੂੰਨ ਨੇ, ਮੈਂ ਚਾਹੂੰਗਾ ਕਿ ਜਨ ਭਾਵਨਾ ਦਾ ਸਰਕਾਰ ਸਮਰਥਨ ਕਰੇ, ਤਿੰਨੇ ਕਾਨੂੰਨਾਂ ਨੂੰ ਰੱਦ ਕਰੇ, ਕਿਸਾਨਾਂ ਦੇ ਨਾਲ ਮਿਲ ਕੇ ਨਵੇਂ ਸਿਰੇ ਤੋਂ ਕਾਨੂੰਨਾਂ ਦਾ ਗਠਨ ਕੀਤਾ ਜਾਵੇ। ਤੇ ਉਹਦੇ ਵਰਗੀ ਗੱਲ ਹੀ ਕੋਈ ਨਹੀਂ। ਭਰੋਸਾ ਲੋਕਤੰਤਰ ਦੇ ਵਿੱਚ ਸਰਕਾਰ ਤੇ ਕਿਸਾਨਾਂ ਦਾ ਬਹੁਤ ਜ਼ਿਆਦਾ ਹੈ। ਇਸੇ ਕਰਕੇ ਉਹ ਮੰਗ ਕਰ ਰਹੇ ਨੇ ਕਿ ਸਾਡੀ ਸਰਕਾਰ ਗੱਲ ਮੰਨ ਲੇ। ਜਟਲਾ ਜੀ ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਉੱਧਰ ਹੁਣ ਰੁੱਖ ਫਿਰ ਤੋਂ ਸਿੰਘੂ ਬਾਰਡਰ ਦੇ ਵੱਲ ਕਰਦੇ ਹਾਂ। ਸਿੰਘੂ ਬਾਰਡਰ ਦੇ ਉੱਤੇ ਲਗਾਤਾਰ ਬੀਤੇ ਦਿਨ ਤੋਂ ਮੀਂਹ ਪੈ ਰਿਹਾ, ਜਿਸ ਮੀਂਹ ਦੇ ਕਾਰਨ ਪੂਰੀ ਦਿੱਲੀ ਦੇ ਵਿੱਚ ਕੜਾਕੇ ਦੀ ਠੰਡ ਹੈ। ਹਾਲਾਂਕਿ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪਵੇਗਾ ਤੇ ਜਿਸ ਦੇ ਨਾਲ ਸ਼ੀਤ ਹਵਾਵਾਂ ਵੀ ਤੇਜ਼ ਹੋ ਸਕਦੀਆਂ ਨੇ ਤੇ ਠੰਡ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ। ਤੇ ਲਗਾਤਾਰ ਸਿੰਘੂ ਬਾਰਡਰ ਦੇ ਉੱਤੇ ਜਾਂ ਟਿਕਰੀ ਬਾਰਡਰ ਦੇ ਉੱਤੇ ਜਾਂ ਕਿਸਾਨ ਜਿੱਥੋਂ ਤੱਕ ਡਟੇ ਹੋਏ ਨੇ ਬਾਰਡਰਾਂ ਦੇ ਉੱਤੇ, ਕਿਸਾਨਾਂ ਦੇ ਵੱਲੋਂ ਲਗਾਤਾਰ ਇਸ ਮੀਂਹ ਦਾ ਵੀ ਸਾਹਮਣਾ ਕੀਤਾ ਜਾ ਰਿਹਾ ਹੈ, ਠੰਡੀਆਂ ਸ਼ੀਤ ਹਵਾਵਾਂ ਦਾ ਵੀ ਸਾਹਮਣਾ ਕੀਤਾ ਜਾ ਰਿਹਾ ਹੈ। ਪਰ ਹੌਸਲੇ ਕਿਸਾਨਾਂ ਦੇ ਬੁਲੰਦ ਨੇ। ਲਗਾਤਾਰ ਕਈ ਕਿਸਾਨਾਂ ਦੀ ਸੰਘਰਸ਼ ਦੇ ਦੌਰਾਨ ਇਸ ਸੰਸਾਰ ਨੂੰ ਛੱਡ ਕੇ ਵੀ ਜਾ ਚੁੱਕੇ ਨੇ ਤੇ ਕਈ ਕਿਸਾਨ ਇਸ ਸੰਘਰਸ਼ ਦੇ ਦੌਰਾਨ ਬਿਮਾਰ ਵੀ ਹੋਏ ਨੇ। ਪਰ ਹਾਲਾਂਕਿ ਕਿਸਾਨਾਂ ਦੇ ਹੌਸਲਿਆਂ ਦੇ ਵਿੱਚ ਹਜੇ ਵੀ ਪੂਰਨ ਤੌਰ ਦੇ ਉੱਤੇ ਇਸ ਅੰਦੋਲਨ ਨੂੰ ਲੈ ਕੇ ਦ੍ਰਿੜਤਾ ਹੈ ਤੇ ਕਿਸਾਨ ਇਸ ਅੰਦੋਲਨ ਨੂੰ ਜਿੱਤ ਕੇ ਹੀ ਘਰ ਵਾਪਸ ਜਾਣ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਨੇ। ਇੱਕ ਕਿਸਾਨ ਆਗੂ ਨੇ ਖਾਸ ਤੌਰ ਦੇ ਉੱਤੇ ਅਪੀਲ ਕੀਤੀ ਹੈ ਕਿਸਾਨਾਂ ਨੂੰ ਕਿ ਜੇਕਰ ਤੁਸੀਂ ਸਿੰਘੂ ਬਾਰਡਰ ਜਾਂ ਦਿੱਲੀ ਦੇ ਵੱਲ ਵਧ ਰਹੇ ਹੋ ਤਾਂ ਆਪਣੇ ਖਾਸ ਇੰਤਜ਼ਾਮ ਨਾਲ ਲੈ ਕੇ ਉੱਥੇ ਪਹੁੰਚਿਓ। ਤਾਂ ਕੀ ਕੁਝ ਕਹਿ ਰਿਹਾ ਹੋਏ ਕਿਸਾਨ, ਆ ਵੀ ਸੁਣਦੇ ਹਾਂ। गाजीपुर किसान क्रांति गेट पे है और जिस तरह की हालात यहाँ पे हो रही है उससे ये है कि अपना इंतज़ाम करके जो भी लोग आ रहे हैं अपना इंतज़ाम करके वो खास करके जो पन्नियाँ हैं, जो तिरपाल हैं, उनका इंतज़ाम करके ज़रूर यहाँ पर आवे। अपने बांस का भी इंतज़ाम अपनी ट्रॉली में रखें और जो ट्रॉलियाँ लेकर हम आएंगे तो उसको ढकने की व्यवस्था बनाए। नंगी ट्रॉली मत लेकर आए, क्योंकि नंगी ट्रॉली से दिक्कत होती है। उनको पूरा बांध के उसको लेकर हम आ सकते हैं। और ज़्यादातर तिरपाल और जो मजबूत पन्नियाँ होगी वो भी आप रखेंगे, क्योंकि उन्हीं चीज़ों की ज़रूरत पड़ेगी। बरसात में रात को ओस पड़ेगी, बरसात होगी, धूप होगी, तो उन चीज़ों की ज़रूरत है। अपना मकान टाइप का यहाँ पे बनाना हमको पड़ेगा। ये आप देखोगे कि जिनके मजबूत पन्नियाँ हैं उन्हें अपने घर यहाँ पर बना दिए। और ये ऊपरले वाले की देन है कि किसी का 2 मंजिल का मकान है, किसी का 4 मंजिल का मकान गांव में है, लेकिन यहाँ पे जो भी किसान यहाँ पे रह रहे हैं उन किसानों को ऊपरले वाले ने एक ही छत के नीचे सबको जा दिया। सब अपना प्लास्टिक की पन्नी डाल के सब लोग यहाँ पर रह रहे हैं। एक बहुत अच्छा मेल मिलाप यहाँ पर हमको देखने को मिलेगा। किसी का कितना ही बड़ा कोई फार्म हो, कोई 2 बीघे का काश्तकार है, कोई 100 बीघे का काश्तकार है, लेकिन अपना इंतजाम कर रहे हैं। जैसे इन बच्चों को हम देख रहे हैं कि बरसात से कैसे बचना है, तो ये पूरा अपना हुनर, ये जो गांव का हुनर है, ये गांव का हुनर यहाँ पे देखेंगे कि बरसात से कैसे हमको बचना है। उधर बीते दिनों कड़ाके की ठंड दे विच संघर्ष के दौरान एक होर किसान इस संसार के उत्तों चलिया गया है। किसानों के लगातार इस संसार के उत्तों जाण की गिनती दे विच वाधा हुंदा जा रहा। 50 के करीब किसान हुण तक इस दुनिया तो रुखसत हो चुके ने ते जिन्हां नूं लैके लगातार किसानों के विच दुख भी है, क्योंकि उन्हां दे नाल बैठण वाले लगातार इस दुनिया के विचों जा रहे हैं। की कुछ कह रहे हैं किसान इस मौके पर सुनाने हैं। आज बड़े दुखी मन से कहना पड़ रहा है कि हमारे यहाँ पिलर नंबर 764 पर हवा सिंह जगवीर सिंह सनोफ हवा सिंह जागलान गांव पिटल कला लगातार 7वें दिन से यहाँ ठहरे हुए थे। उसकी आज सुबह तबीयत ख़राब हो गई। हमारे को जो ही पता चला, हमने आकर के देखा तो उनकी तबीयत काफ़ी बिगड़ चुकी थी। एम्बुलेंस को बुलाया, एम्बुलेंस में बहादुरगढ़ सरकारी हॉस्पिटल में पहुंचाने का काम किया। हमारे को पता चला कि रास्ते में उनका शरीर पूरा हो चुका है। लेकिन सरकार को, केंद्र की सरकार को अब भी किसानों पर किसी तरह का कोई तरस नहीं आ रहा। वो अपनी आंख मूंदे हुए बैठी है। लगातार 39वें दिन में किसानों का आंदोलन पहुंच चुका है। मैं परमपिता परमात्मा से अपील करता हूं कि प्रार्थना करूंगा कि उनके
परिवार को शक्ति प्रदान करे ये दुख की घड़ी सहन करने की और उनको अपने चरणों में स्थान दे। ਉਧਰ ਕਿਸਾਨੀ ਅੰਦੋਲਨ ਨੂੰ ਲਗਾਤਾਰ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ। ਅੰਮ੍ਰਿਤਸਰ ਦੇ ਵਿੱਚ ਉਹ ਬੱਚੇ ਅਤੇ ਬਜ਼ੁਰਗ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰਦੇ ਨਜ਼ਰ ਆਏ ਜੋ ਦਿੱਲੀ ਤਾਂ ਨਹੀਂ ਜਾ ਸਕੇ, ਪਰ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਹੀ ਹੱਥਾਂ ਦੇ ਵਿੱਚ ਝੰਡੀਆਂ ਫੜ ਕੇ ਅਤੇ ਸਰਕਾਰ ਦੇ ਖਿਲਾਫ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਤੇ ਬੱਚਿਆਂ ਦੇ ਵੀ ਹੌਸਲੇ ਬੁਲੰਦ ਨੇ। ਬੱਚਿਆਂ ਦਾ ਕਹਿਣਾ ਹੈ ਕਿ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਸਰਕਾਰ ਜਲਦ ਤੋਂ ਜਲਦ ਵਾਪਸ ਲਵੇ। ਕਿ ਹਰ ਸ਼ਹਿਰ ਵਿੱਚ ਹਰ ਗਲੀ ਮੁਹੱਲੇ ਵਿੱਚ ਜਿਹੜਾ ਇਹੋ ਜਿਹੇ ਮਾਰਚ ਹੀ ਨਿਕਲਣਗੇ ਜਿਨ੍ਹਾਂ ਚਿਰ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ। ਬੱਚਿਆਂ ਨੇ ਵੀ ਵਿੱਚ ਸ਼ਿਰਕਤ ਕੀਤੀ ਕਿ ਕੀ ਕਹਿਣਾ ਚਾਹੋਗੇ ਬੱਚਿਆਂ ਵੱਲੋਂ ਸ਼ਿਰਕਤ ਕੀਤੀ? ਵੇਖੋ ਜੀ, ਬੱਚਿਆਂ ਦੀ ਬੜੀ ਵੱਡੀ ਇਹ ਸ਼ਮੂਲੀਅਤ ਆ ਇਸ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਿੱਚ, ਔਰ ਬੱਚਿਆਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਜਿਹੜੀ ਆ ਉਹ ਕਿਰਪਾ ਕੀਤੀ ਆ, ਔਰ ਬੱਚੇ ਖੁਦ ਹੀ ਇਸ ਪ੍ਰੋਟੈਕਟ ਨੂੰ ਬਹੁਤ ਜ਼ਿਆਦਾ ਮਤਲਬ ਅੱਗੇ ਲੈ ਕੇ ਜਾ ਰਹੇ ਆ। ਕਿਸਾਨ ਮਜ਼ਦੂਰ ਸਾਡੇ ਜਿਹੜੇ ਆ ਉੱਥੇ ਬਹੁਤ ਤਾਦਾਦ ਵਿੱਚ ਬੈਠੇ ਆ। ਅਸੀਂ ਰਾਤੀ 12 ਵਜੇ ਆਏ ਆ, 4-5 ਦਿਨ ਤੋਂ ਉੱਥੇ ਹੀ ਸੀ ਅਸੀਂ। ਸਾਨੂੰ ਇਸ ਪ੍ਰੋਗਰਾਮ ਬਾਰੇ ਸਾਰਾ ਜਦੋਂ ਪਤਾ ਚੱਲਿਆ ਅਸੀਂ ਉੱਥੋਂ ਆਉਣਾ ਵਧੀਆ ਸਮਝਿਆ, ਕਿਉਂਕਿ ਬੱਚਿਆਂ ਦਾ ਪ੍ਰੋਗਰਾਮ ਸੀ, ਇਸ ਕਰਕੇ ਆਏ ਆ। ਔਰ ਫਿਰ ਉੱਥੇ ਜਾਣ ਦੀ ਤਿਆਰੀ ਵਿੱਚ ਆ ਔਰ ਵੱਡਾ ਕਾਫਲਾ ਲੈ ਕੇ ਫਿਰ ਪਹੁੰਚਾਂਗੇ। ਮੈਂ ਕਿਸਾਨਾਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਹਾਂ ਵੀ ਉਹਨਾਂ ਨੇ ਇਹ ਖੇਤੀ ਕਾਨੂੰਨ ਰੱਦ ਕਰਵਾ ਕੇ ਹਟੂਗੇ। ਮੋਦੀ ਨਾ ਉਹਨਾਂ ਨੂੰ ਮਜਬੂਰ ਕਰੇ, ਮੋਦੀ ਉਹਨਾਂ ਨੂੰ ਨਾ ਤੂੰ ਮਜਬੂਰ ਕਰ, ਕਿਉਂਕਿ ਉਹ ਇਹੋ ਜਿਹੇ ਨਹੀਂ ਆ ਵੀ ਧਰਨਾ ਲਾ ਕੇ ਤੇ ਵਾਪਸ ਚੱਲ ਜੂਗੇ। ਉਹ ਕਾਨੂੰਨ ਵਾਪਸ ਕਰਾ ਕੇ ਹਟੂਗੇ। ਇਹ ਮਾਰਚ ਅੱਜ ਇਸ ਲਈ ਕੱਢਿਆ ਜਾ ਰਿਹਾ ਕਿਉਂਕਿ ਸਭ ਨੂੰ ਪਤਾ ਹੈ ਕਿ ਕਿਸਾਨ ਇੰਨੇ ਚਿਰ ਤੋਂ ਦਿੱਲੀ ਦੇ ਬਾਰਡਰਾਂ ਤੇ ਟਿੱਕਰੀ ਬਾਰਡਰ ਹੋ ਗਿਆ, ਉਹਨਾਂ ਸਭ ਤੇ ਧਰਨੇ ਲਾ ਰਹੇ ਨੇ। ਉਹਨਾਂ ਨੇ ਇੰਨੀ ਵਾਰ ਸਰਕਾਰ ਨਾਲ ਫੇਸ ਟੂ ਫੇਸ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਪਤਾ ਇੰਨੀਆਂ ਮੀਟਿੰਗਸ ਰੱਖੀਆਂ ਗਈਆਂ ਨੇ, ਪਰ ਅੱਜ ਤੱਕ ਇਸ ਦਾ ਕੋਈ ਇਲਾਜ ਨਹੀਂ ਕੱਢਿਆ ਗਿਆ। ਸੋ ਅਸੀਂ ਯੂਥ ਚਾਹੁੰਦੇ ਹਾਂ ਕਿ ਇਸ ਦਾ ਫੈਸਲਾ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਸਾਡੀ ਯੂਥ ਜਿਹੜੀ ਆ ਪੰਜਾਬ ਦੀ ਉਹ ਨਸ਼ੇੜੀ ਨਹੀਂ ਹੈ। ਉਹ ਵੀ ਇਸ ਚੀਜ਼ ਨੂੰ ਸਮਝਦੀ ਹੈ ਕਿ ਇਹ ਕਾਨੂੰਨ ਸਾਡੇ ਬਿਲਕੁਲ ਹੀ ਅਗੇਂਸਟ ਨੇ ਤੇ ਅਸੀਂ ਇਹਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਾਂ। ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਹੈ ਤੇ ਜਿਹੜੀ ਪੰਜਾਬ ਦਾ ਇਤਿਹਾਸ ਰਿਹਾ 500 ਸਾਲਾਂ, ਉਹ ਮੋਦੀ ਸਾਹਿਬ ਸ਼ਾਇਦ ਭੁੱਲ ਚੁੱਕੇ ਨੇ। ਉਹ ਇਤਿਹਾਸ ਤੁਹਾਨੂੰ ਵੀ ਪਤਾ ਹੈ ਕਿ ਸਾਰੇ ਜਿਹੜੇ ਕਿਸਾਨ ਨੇ ਜਾਂ ਸਾਡੇ ਜਿਹੜੇ ਸਿੰਘ ਨੇ ਉਹਨਾਂ ਦਾ ਸਭ ਤੋਂ ਜ਼ਿਆਦਾ ਯੋਗਦਾਨ ਰਿਹਾ ਹੈ ਕਿ ਉਹਨਾਂ ਨੇ ਸਭ ਜੰਗਾਂ ਜਿੱਤੀਆਂ ਨੇ ਜਾਂ ਕੁਰਬਾਨੀਆਂ ਦਿੱਤੀਆਂ ਨੇ। ਮੋਦੀ ਸਾਹਿਬ ਚਾਹੁੰਦੇ ਨੇ ਕਿ ਜਿਹੜੀ MSP ਆ ਉਹ ਲਾਗੂ ਨਾ ਹੋਵੇ। ਤੁਹਾਨੂੰ ਵੀ ਪਤਾ ਹੈ ਕਿ ਇਸ ਨਾਲ ਇਹ ਬਿਲਕੁਲ ਸਾਡੇ ਇਸ ਕਿਸਾਨ ਭਰਾਵਾਂ ਲਈ ਬਿਲਕੁਲ ਖਿਲਾਫ ਹੈ। ਉਧਰ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਵੱਲੋਂ ਮਹਾਮਾਰੀ ਦੇ ਲਈ ਆਈ ਵੈਕਸੀਨ ਨੂੰ ਲੈ ਕੇ ਖਾਸ ਪ੍ਰੈਸ ਵਾਰਤਾ ਕੀਤੀ ਗਈ, ਜਿਸ ਪ੍ਰੈਸ ਵਾਰਤਾ ਦੇ ਵਿੱਚ ਇਹਨਾਂ ਮਹਾਮਾਰੀ ਦੀ ਵੈਕਸੀਨ ਅਤੇ ਮਹਾਮਾਰੀ ਦੇ ਇਲਾਜ ਨੂੰ ਲੈ ਕੇ ਆਉਣ ਵਾਲੇ ਅਗਲੇ ਪੰਜਾਬ ਸਰਕਾਰ ਦੇ ਪ੍ਰੋਗਰਾਮਾਂ ਦੇ ਬਾਰੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ। ਔਰ ਜਿਉਂ ਸਾਡੇ ਕੋਲ ਜਿਸ ਤਰ੍ਹਾਂ ਹੁਸਨਲਾਲ ਜੀ ਨੇ ਕਿਹਾ ਡੋਜ਼ ਸਾਡੇ ਕੋਲ ਆਈ ਜਾਏਗੀ, ਸਾਡੇ ਕੋਲ ਪ੍ਰਬੰਧ ਪੂਰੇ ਇੰਤਜ਼ਾਮ ਕੀਤੇ ਹੋਏ ਨੇ। ਜੇ ਸਾਨੂੰ 10 ਲੱਖ ਮਿਲਦਾ 10 ਲੱਖ ਦਾ ਪ੍ਰਬੰਧ ਸਾਡੇ ਕੋਲ ਇੱਕ ਦਿਨ ਦਾ ਹੈਗਾ। ਇਹਦੇ ਆਮ ਲੋਕਾਂ ਨੂੰ ਜਿਹੜੀ ਲਾਉਣੀ ਹੈ ਉਹਦੀ ਕੀਮਤ ਦੇਣੀ ਪਊਗੀ ਕਿ ਫ੍ਰੀ ਹੋਊਗੀ? ਨਹੀਂ ਦੇਖੋ, ਇਹ ਅਸੀਂ ਪਹਿਲੀ ਗੱਲ ਤਾਂ ਕੱਲ ਸੈਂਟਰ ਦੇ ਵਜ਼ੀਰ ਦੇ ਪਤਾ ਨਹੀਂ ਥੋੜਾ ਬਹੁਤਾ ਕੋਈ ਨੂੰ ਫਰਕ ਪਿਆ ਕਿ ਕੱਲ ਸਵੇਰੇ ਉਹਨਾਂ ਨੇ ਟੋਟਲ ਫ੍ਰੀ ਆਫ ਕਾਸਟ ਕਿਹਾ ਸੀਗਾ, ਪਰ ਸਾਡੀ ਸਰਕਾਰ ਨੇ ਹੁਣ ਤੱਕ ਜਿੰਨਾ ਇਲਾਜ ਕੀਤਾ ਹੈ ਫ੍ਰੀ ਆਫ ਕਾਸਟ ਕੀਤਾ ਹੈ, ਜੋ ਸਾਡੇ ਗਵਰਨਮੈਂਟ ਫੈਸਿਲਿਟੀ ਦੇ ਉੱਤੇ ਹੋਇਆ ਹੈ। ਤੇ ਇਹ ਮੇਰੇ ਖਿਆਲ 'ਚ ਪ੍ਰਮਾਤਮਾ ਸੁੱਖ ਰੱਖੇ ਸਾਰਿਆਂ ਨੂੰ। ਅਸੀਂ ਜਿਹੜੇ ਬੰਦੇ ਨਹੀਂ ਅਫੋਰਡ ਕਰ ਸਕਦੇ ਜਾਂ ਜਿਹੜੇ ਸਾਡੇ ਕੋਲ ਆਲਰੇਡੀ ਰਜਿਸਟਰਡ ਨੇ, ਉਹਨੂੰ ਸਾਰਿਆਂ ਅਸੀਂ ਫ੍ਰੀ ਲਾਵਾਂਗੇ। ਨਹੀਂ ਕੋਈ ਐਦਾਂ ਦੀ ਗੱਲ ਨਹੀਂ। ਇਹ ਤਾਂ ਬੜਾ ਦੱਸੋ, ਸ਼ਾਇਦ ਤੁਸੀਂ ਜਦੋਂ ਪੋਲੀਓ ਦੀ ਮੈਡੀਸਨ ਆਈ ਸੀ ਉਦੋਂ ਕੋਈ ਥੋੜਾ ਰਿਸਕ ਹੋਇਆ ਸੀ, ਕੋਈ ਪ੍ਰੋਬਲਮ ਆਈ ਸੀ, ਲੇਕਿਨ ਹੁਣ ਇਸ ਵੇਲੇ ਇਹ ਪੂਰੇ ਐਕਸਪੈਰੀਮੈਂਟ ਤੋਂ ਬਾਅਦ ਜਿਹੜੀ ਇੰਸਟੀਚਿਊਟ ਤੋਂ ਮੈਡੀਸਨ ਪਾਸ ਹੋ ਕੇ ਆ ਰਹੀ ਹੈ, ਉਹਦਾ ਤਜਰਬਾ ਬਹੁਤ ਅੱਜ ਤੱਕ ਸਾਰੇ ਸਫਲ ਰਹੇ ਨੇ। ਪ੍ਰਮਾਤਮਾ ਕਰੇ ਸਾਰਾ ਠੀਕ ਠਾਕ। ਨਹੀਂ ਸੈਕੰਡ ਫੇਸ ਨੇ ਹੁਸਨਲਾਲ ਜੀ ਨੇ ਸਾਰੇ ਫੇਸਾਂ ਦੀ ਗੱਲ ਕਰਤੀ ਹੈਗੀ ਆ। ਇਹ ਕੈਟਾਗਰੀ ਵਾਈਜ਼ ਹੋਏਗਾ। ਦੇਖੋ, ਇੱਕ ਬੰਦਾ ਤਾਂ ਬਹੁਤ ਜ਼ਿਆਦਾ ਬਿਮਾਰ ਆ, ਹੁਣ ਉਹਨੂੰ ਆਪਰੇਸ਼ਨ ਦੀ ਲੋੜ ਆ। ਇੱਕ ਬੰਦਾ 2 ਮਹੀਨੇ 3 ਮਹੀਨੇ ਹਾਲੇ ਜਾਂ 4 ਮਹੀਨੇ ਜ਼ਰੂਰਤ ਜਾਂ ਬਿਲਕੁਲ ਨਿਰੋਗ ਹੈਗਾ, ਉਹਨੂੰ ਅਸੀਂ ਜਿਵੇਂ ਜੰਗ ਬਲੱਡ ਹੈਗਾ ਉਹਨੂੰ ਅਸੀਂ ਸਭ ਤੋਂ ਲਾਸਟ ਲੈ ਸਕਦੇ ਹਾਂ। ਜਿਹੜੇ 50 ਸਾਲ ਤੋਂ ਉੱਪਰ ਵਾਲੇ ਨੇ, ਜਿਹੜੇ ਜ਼ਿਆਦਾ ਰਿਸਕ ਵਾਲੇ ਨੇ, ਉਹਨਾਂ ਨੂੰ ਪਹਿਲਾਂ ਕਵਰ ਕਰਾਂਗੇ। ਸਿੱਧੂ ਸਾਹਿਬ, ਜਿੱਥੇ ਵੈਕਸੀਨ ਰੱਖੀ ਜਾਣੀ ਹੈ ਜੀ ਉਸ ਜਗ੍ਹਾ ਤੇ ਹਾਲੇ ਤੱਕ ਕੋਈ ਸਿਕਿਉਰਿਟੀ ਦਾ ਅਰੇਂਜਮੈਂਟ ਨਹੀਂ ਔਰ ਨਾ ਹੀ ਕੋਈ CCTV ਕੈਮਰਾ ਉੱਥੇ ਲਗਾਏ ਗਏ ਨੇ।
ਚੰਡੀਗੜ੍ਹ ਦੇ ਵੈਕਸੀਨ ਸੈਂਟਰ ਦੀ ਮੈਂ ਗੱਲ ਕਰ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਵੀ ਬਕਾਇਦਾ ਇਹਦੇ 'ਚ ਤੁਸੀਂ ਚਿੰਤਾ ਨਾ ਕਰੋ। ਜਦੋਂ ਵੈਕਸੀਨ ਆਏਗੀ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਹੋਏਗਾ, ਕੋਈ ਪ੍ਰੋਬਲਮ ਨਹੀਂ। ਬਕਾਇਦਾ ਵਿਦ ਡਿਊ ਰਿਸਪੈਕਟ ਸਾਰੀ ਪੂਰੀ ਸੇਫਟੀ ਦੇ ਨਾਲ ਅੱਗੇ ਡਿਸਟ੍ਰੀਬਿਊਟ ਕੀਤੀ ਜਾਏ। ਉਧਰ ਕਾਂਗਰਸ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ, ਜਿਸ ਦਰਮਿਆਨ ਪ੍ਰਦਰਸ਼ਨ ਕਰਦਿਆਂ ਉਹਨਾਂ ਮਹਿੰਗਾਈ ਨੂੰ ਲੈ ਕੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ। ਕਾਂਗਰਸੀ ਆਗੂਆਂ ਦੇ ਵੱਲੋਂ ਇਸ ਮੌਕੇ ਦੇ ਉੱਤੇ ਥਾਲੀਆਂ ਖੜਕਾਈਆਂ ਗਈਆਂ ਅਤੇ सरकार के खिलाफ नारेबाजी की गई है। देखिए, मैं एक बात आपको बड़ा स्पष्ट कर देना चाहती हूँ कि मोदी जी का ये कहना, सरकार का, बीजेपी का ये कहना कि हम विकास की ओर हैं, वाकई विकास हो रहा है। विकास क्या हो रहा है? हमारी पॉकेटें खाली हो रही हैं, लोगों की पॉकेटों को भरा जा रहा है। आप दवाई की बात कर रहे हो भैया, मुझे ये बताइए, प्याज, आलू, टमाटर, गैस, डीज़ल, पेट्रोल, बच्चों की पढ़ाई, बच्चों की फ़ीस, और आज जो दवाई का आप 60% का इंक्रीज़ बता रहे हैं, ये एक प्रलोभन लोगों को दिया जाता है कि कोविड की दवाई जो है वो 30 लाख लोगों को फ्री दी जाएगी, टीकाकरण होगा। लेकिन बाकी के जो 30 लाख छोड़ के जो दूसरे इतने करोड़ लोग हैं वो कहाँ जाएंगे? उनके लिए फ़ीस लगेगी। अगर एक क्रोसिन का पत्ता इतना महंगा हो गया या डिस्प्रिन का पत्ता इतना महंगा हो गया, वो आज कोविड के चलते। क्रोसिन एक ऐसी चीज़ थी जिसने सब लोगों ने खाई, छोटे से छोटे ने खाई, बड़े से बड़े ने खाई। और क्रोसिन हुआ, पैरासीटामोल हुआ, ये कोविड में ही डॉक्टर दे रहा था और उसी का रेट हमने बढ़ा दिया। तो मुझे बात बताओ ना, जनता के साथ आप कहाँ खड़े हो? उनके साथ तो आपने बिल्कुल ही उनके बारे में नहीं सोचा। किसी भी चीज़ के लिए आप ले लें, सब लोग त्राहीमाम हैं। वो इसीलिए हैं कि आप इस चीज़ का नजायज़ फ़ायदा उठा रहे हैं। व्यक्ति कोविड में ख़त्म होता जा रहा है, इकोनॉमिकली गिरता जा रहा है, लेकिन आप उसकी इतनी कीमतें बढ़ा दी जा रही हैं सिर्फ कुछ लोगों को, अपने आप को ये दिखाने के लिए कि मैं आपके लिए कुछ कर रहा हूँ। आपके माध्यम से मैं ये भी कहना चाहूँगी कि किसान आंदोलन इतने दिनों से चल रहा है भैया, हर व्यक्ति उनके साथ है। मैं मोदी जी से आपके थ्रू प्रश्न पूछना चाहती हूँ कि मोदी जी, आप मुझे इस बात का प्रश्न का आंसर दे दें। मैं एक नागरिक हूँ, भारत की सिटीज़न हूँ, टैक्स देती हूँ, सब कुछ करती हूँ, कि आप हैदराबाद तक जा सकते हैं 3000 किलोमीटर, क्या आप 3 किलोमीटर आके उन किसानों की बात नहीं सुन सकते? ਉਧਰ ਲਗਾਤਾਰ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਤੇਜ਼ ਮੀਂਹ ਪੈ ਰਿਹਾ, ਜਿਸ ਦੇ ਚੱਲਦਿਆਂ ਠੰਡ ਵੱਧਦੀ ਜਾ ਰਹੀ ਹੈ ਤੇ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਕੜਾਕੇ ਦੀ ਠੰਡ ਦੇ ਵਿੱਚ ਜ਼ਰੂਰਤ ਸਮੇਂ ਹੀ ਬਾਹਰ ਨਿਕਲਿਆ ਜਾਵੇ, ਨਹੀਂ ਤਾਂ ਘਰਾਂ ਦੇ ਵਿੱਚ ਹੀ ਰਿਹਾ ਜਾਵੇ, ਕਿਉਂਕਿ ਠੰਡ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਸੀਤ ਹਵਾਵਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ। ये हो गया करीब 5-6 बजे से चल रही है बारिश। अच्छा, हाँ जी। और ये रास्ता कहाँ से कहाँ तक जाता है? ये बसंत कुंज वाला एयरपोर्ट वाला रास्ता है। अच्छा, बस एयरपोर्ट से बसंत कुंज जाता है। हाँ जी। लेकिन क्या कहेंगे, साफ सफाई नहीं होती, इस वजह से वाटर लॉगिंग हो गई? हो सकता है, लेकिन दिक्कत हो रही लोगों को। हाँ दिक्कत तो हो ही रही है। बारिश देख रहा है, पूरी गाड़ी तो पूरा पानी चल रहा है, नले का गटर का दिक्कत है। इससे आने जाने का, हम लोग का ड्यूटी आने जाने लोग का भी परेशानी है बहुत। अच्छा, सर्दी को लेकर अब कैसे देखोगे? बारिश होगी तो सर्दी भी अब कड़ाके की पड़ेगी, क्या बचाव कर रहे हैं? ये बचाव तो बहुत कुछ भी ना हो पाएंगे क्योंकि सर्दी बहुत लग रही है यहाँ दिल्ली में। बारिश के बाद और मौसम बदल गया और टेम्परेचर हो गया। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ, ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।